ਪਿਆਰੇ ਬੱਚਿਓ, ਅੱਜ ਅਸੀਂ 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਰਜ ਲੇਖ ਪੰਜਾਬ ਦੀਆਂ ਲੋਕ ਖੇਡਾਂ ਪੜ੍ਹਾਂਗੇ, ਜੋ ਕਿ ਸੁਖਦੇਵ ਮਾਦਪੁਰੀ ਜੀ ਦੀਆਂ ਲਿਖੀਆਂ ਹੋਈਆਂ ਹੈ। ਉਹਨਾਂ ਨੂੰ ਬਚਪਨ ਤੋਂ ਹੀ ਲੋਕ ਸਾਹਿਤ ਇਕੱਠਾ ਕਰਨ ਦਾ ਸ਼ੌਕ ਸੀ। ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਬਜ਼ੁਰਗ ਔਰਤਾਂ, ਮਰਦਾਂ ਅਤੇ ਮੁਟਿਆਰਾਂ ਕੋਲੋਂ ਜਾਂ ਸੈਂਕੜੇ ਲੋਕ ਗੀਤਾਂ, ਲੋਕ ਕਹਾਣੀਆਂ, ਅਖਾਣਾਂ, ਬੁਝਾਰਤਾਂ ਅਤੇ ਲੋਕ ਖੇਡਾਂ ਨੂੰ ਦੇਖ ਕੇ ਉਹਨਾਂ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਸੰਭਾਲਿਆ, ਜਿਹੜੀ ਪੁਸਤਕ ਦਾ ਨਾਮ ਹੈ ਪੰਜਾਬ ਦੀਆਂ ਲੋਕ ਖੇਡਾਂ ਅਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ। ਸਾਡਾ ਅੱਜ ਦਾ ਟੌਪਿਕ ਹੈ ਪੰਜਾਬ ਦੀਆਂ ਲੋਕ ਖੇਡਾਂ। ਇਸ ਵਿੱਚ ਉਹਨਾਂ ਨੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਚਾਨਣਾ ਪਾਇਆ ਹੈ ਕਿ ਲੋਕ ਖੇਡਾਂ ਦੇ ਮਹੱਤਵ ਕੀ ਹੈ, ਇਸ ਦੀ ਪਰਿਭਾਸ਼ਾ ਕੀ ਹੈ, ਲੱਛਣ ਕੀ ਹਨ, ਲੋਕ ਖੇਡਾਂ ਦੇ ਵਰਗ ਵੰਡ ਅਤੇ ਲੋਕ ਖੇਡਾਂ ਖੇਡਣ ਦੀਆਂ ਵਿਧੀਆਂ ਦੇ ਬਾਰੇ ਚਾਨਣਾ ਪਾਇਆ ਹੈ। ਲੋਕ ਖੇਡਾਂ ਰਾਹੀਂ ਸਾਡੇ ਸਮਾਜ ਵਿੱਚ ਪੈਂਦੀ ਭਾਈਚਾਰਕ ਸਾਂਝ ਨੂੰ ਵੀ ਉਜਾਗਰ ਕੀਤਾ ਗਿਆ ਹੈ। ਬੱਚਿਓ, ਪੰਜਾਬ ਦੀਆਂ ਲੋਕ ਖੇਡਾਂ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੀਆਂ ਖੇਡਾਂ ਲੋਕ ਸਾਰੇ ਪੰਜਾਬ ਵਿੱਚ ਖੇਡਦੇ ਰਹੇ ਹਨ। ਖੇਡਾਂ ਜਿਹੜੀਆਂ ਹੈ ਉਹ ਲੋਕ ਜੀਵਨ ਦਾ ਇੱਕ ਅਭਿੰਨ ਅੰਗ ਹੈ। ਇਹ ਪੰਜਾਬੀ ਲੋਕਾਂ ਦੇ ਦਿਲ ਪਰਚਾਵੇ ਦਾ ਪ੍ਰਮੁੱਖ ਸਾਧਨ ਰਹੀਆਂ ਹਨ। ਵੈਸੇ ਤਾਂ ਖੇਡਣਾ ਮੂਲ ਪ੍ਰਵਿਰਤੀ ਹੈ ਕਿਸ ਦੀ? ਮਨੁੱਖ ਦੀ। ਮਨੁੱਖ ਜਿਹੜਾ ਹੈ ਉਹ ਆਦਿ ਕਾਲ ਤੋਂ ਹੀ ਖੇਡਾਂ ਦੇ ਵਿੱਚ ਰੁਚੀ ਰੱਖਦਾ ਆਇਆ ਹੈ। ਉਸਨੇ ਆਪਣੇ ਸਰੀਰ, ਵਿੱਤ ਅਤੇ ਸੁਭਾਅ ਮੁਤਾਬਕ ਬਹੁਤ ਸਾਰੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਜਿੱਥੇ ਇੱਕ ਸਹਿਜ ਕਰਮ ਹੈ, ਉੱਥੇ ਮਨੁੱਖ ਦੇ ਸਰਬ ਪੱਖੀ ਵਿਕਾਸ ਵਿੱਚ ਵੀ ਹਿੱਸਾ ਪਾਉਂਦਾ ਹੈ। ਖੇਡ ਕਿਰਿਆ ਬੱਚੇ ਦੇ ਜਨਮ ਤੋਂ ਹੀ ਆਰੰਭ ਹੋ ਜਾਂਦੀ ਹੈ। ਜਨਮ ਤੋਂ ਕੁਝ ਦਿਨਾਂ ਬਾਅਦ ਹੀ ਬੱਚਾ ਜਦੋਂ ਲੱਤਾਂ ਬਾਹਾਂ ਮਾਰਨ ਲੱਗ ਪੈਂਦਾ ਹੈ ਤਾਂ ਇਹ ਹੈ ਕਿ ਉਸਨੇ ਖੇਡਣਾ ਆਰੰਭ ਕਰ ਦਿੱਤਾ ਹੈ। ਮੈਂ ਤਾਂ ਇਹ ਕਹਾਂਗੀ ਕਿ ਬੱਚੇ ਜਨਮ ਤੋਂ ਪਹਿਲਾਂ ਹੀ ਖੇਡਣ ਦੀ ਪ੍ਰਵਿਰਤੀ ਰੱਖਦੇ ਹਨ। ਜਦੋਂ ਬੱਚਾ ਥੋੜ੍ਹੇ ਦਿਨਾਂ ਦਾ ਹੁੰਦਾ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਉਹ ਖੇਲ ਰਿਹਾ ਹੈ, ਲੱਤਾਂ ਬਾਹਾਂ ਮਾਰ ਰਿਹਾ ਹੈ, ਉਹ ਵੀ ਬਹੁਤ ਖੁਸ਼ ਹੁੰਦਾ ਹੈ ਅਤੇ ਅਸੀਂ ਵੀ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ। ਉਸ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਦਾ ਸੂਚਕ ਖੇਡਾਂ ਹੀ ਹਨ। ਇਹ ਮਨੁੱਖ ਨੂੰ ਸਰੀਰਕ ਬਲ ਵੀ ਦਿੰਦੀਆਂ ਹਨ ਅਤੇ ਉਸ ਦਾ ਮਨੋਰੰਜਨ ਵੀ ਕਰਦੀਆਂ ਹਨ। ਬਚਪਨ ਤੋਂ ਹੀ ਸਾਰਿਆਂ ਨੂੰ ਖੇਡਣ ਦੇ ਵਿੱਚ ਬਹੁਤ ਸ਼ੌਕ ਹੁੰਦਾ ਹੈ। ਛੋਟੇ ਬੱਚੇ ਜਦੋਂ ਖੇਲਣਾ ਪ੍ਰਾਰੰਭ ਕਰਦੇ ਹਨ ਤਾਂ ਖੇਡਣ ਤੋਂ ਪਹਿਲਾਂ ਉਹ ਕੀ ਕਰਦੇ ਹਨ? ਆਪਣੀ ਵਾਰੀ ਪੁੱਗਦੇ ਹਨ, ਜਿਸ ਨੂੰ ਪੁੱਗਣਾ ਵੀ ਕਹਿੰਦੇ ਹਨ। ਬੱਚੇ ਆਪਣੀ ਖੇਡ ਜਦੋਂ ਆਰੰਭ ਕਰਦੇ ਹੈ ਤੇ ਕਿਸ ਤਰ੍ਹਾਂ ਪੁੱਗਦੇ ਆ, ਇਸ ਤਰ੍ਹਾਂ ਥੋੜ੍ਹੇ ਜਿਹੇ ਵਿਸਤਾਰ ਦੇ ਵਿੱਚ ਇਸ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਦਾਇਰੇ ਵਿੱਚ ਖੜੇ ਹੋ ਜਾਂਦੇ ਹਨ। ਇਕੱਲੇ ਦੁਕੱਲੇ ਨੂੰ ਹੱਥ ਲਾ ਕੇ ਕੋਈ ਛੰਦ ਬੋਲਦਾ ਹੈ। ਇੱਕ ਵਿਅਕਤੀ ਜਿਹੜਾ ਛੰਦ ਬੋਲਦਾ ਹੈ ਉਹ ਸਾਰਿਆਂ ਨੂੰ ਹੱਥ ਲਗਾਉਂਦਾ ਹੈ ਔਰ ਆਖਿਰ ਵਿੱਚ ਜਿਸ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ। ਔਰ ਉਹ ਉਸ ਵੇਲੇ ਬੋਲਦੇ ਹਨ, ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕੁਤਾੜੀ, ਨਿਕਲ ਬੱਲਿਆ ਤੇਰੀ ਵਾਰੀ। ਆਖਰੀ ਸ਼ਬਦ ਵਿੱਚ ਜਿਹੜੇ ਬੱਚੇ ਨੂੰ ਹੱਥ ਲੱਗਦਾ ਹੈ ਉਹ ਪੁੱਗ ਜਾਂਦਾ ਹੈ। ਪੁੱਗਣ ਦੇ ਕਈ ਹੋਰ ਵੀ ਤਰੀਕੇ ਹਨ। ਬੱਚੇ ਇਕੱਠੇ ਖੜੇ ਹੋ ਜਾਂਦੇ ਹਨ ਅਤੇ ਇੱਕ ਦੂਸਰੇ ਦਾ ਹੱਥ ਫੜ ਕੇ ਸਿੱਧੇ ਜਾਂ ਪੁੱਠੇ ਹੱਥ ਆਪਣੇ ਹੱਥ ਦੇ ਉੱਪਰ ਰੱਖਦੇ ਹਨ ਅਤੇ ਉਹਨਾਂ ਵਿੱਚੋਂ ਜੇਕਰ ਤਿੰਨਾਂ ਵਿੱਚੋਂ ਦੋ ਦੇ ਹੱਥ ਸਿੱਧੇ ਜਾਂ ਪੁੱਠੇ ਹੋਣ ਤਾਂ ਇੱਕ ਦੇ ਉਹਨਾਂ ਨਾਲੋਂ ਉਲਟੇ ਹੋਣ ਤਾਂ ਉਹ ਪੁੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਟੋਲੀਆਂ ਬਣਾ ਕੇ ਵੀ ਖੇਡਿਆ ਜਾਂਦਾ ਹੈ। ਕਈ ਲੋਕ ਜਦੋਂ ਟੋਲੀਆਂ ਬਣਾ ਕੇ ਖੇਡਦੇ ਹਨ, ਕੁਝ ਖੇਡਾਂ ਐਸੀਆਂ ਹਨ ਉਹਦੇ ਵਿੱਚ ਵੀ, ਜਿਵੇਂ ਕਬੱਡੀ, ਰੱਸਾਕੱਸੀ, ਸ਼ੱਕਰ ਭਿੱਜੀ, ਲੂਣ ਮਿਆਣੀ, ਕੂਕਾਂ ਕਾਂਗੜੇ ਅਤੇ ਟਿਬਲਾ ਟਿਬਲੀ ਆਦਿ। ਟੋਲੀਆਂ ਬਣਾਉਣ ਸਮੇਂ ਵੀ ਉਹਨਾਂ ਨੂੰ ਆੜੀ ਮਲੱਕਣ ਦਾ ਨਿਯਮ ਅਪਣਾਉਣਾ ਪੈਂਦਾ ਹੈ। ਇਸ ਵਿੱਚ ਜਦੋਂ ਖੇਡ 'ਚ ਸ਼ਾਮਲ ਹੋਣ ਵਾਲੇ ਬੱਚੇ ਇੱਕ ਥਾਂ ਬੈਠ ਜਾਂਦੇ ਹਨ, ਉਹਨਾਂ ਵਿੱਚੋਂ ਦੋ ਜਣੇ ਇੱਕ ਇੱਕ ਟੋਲੀ ਦੇ ਮੁਖੀ ਬਣ ਕੇ ਇੱਕ ਪਾਸੇ ਜਾ ਕੇ ਆਪਣੀ ਆਪਣੀ ਟੋਲੀ ਦਾ ਨਾਮ ਰੱਖ ਲੈਂਦੇ ਹਨ। ਫਰਜ਼ ਕਰੋ ਕਿ ਉਹਨਾਂ ਨੇ ਸੋਨਾ ਅਤੇ ਚਾਂਦੀ ਰੱਖ ਲਿਆ ਅਤੇ ਜਦੋਂ ਉਹ ਵਾਪਸ ਆਉਂਦੇ ਹਨ ਦੋਨੋਂ, ਤਾਂ ਬਾਕੀਆਂ ਨੂੰ ਆ ਕੇ ਕਹਿੰਦੇ ਹਨ ਕੋਈ ਲੈ ਲਓ ਚਾਂਦੀ ਅਤੇ ਕੋਈ ਲੈ ਲਓ ਸੋਨਾ।
ਇੱਕ ਟੋਲੀ ਦਾ ਮੁਖੀ ਜਿਹੜਾ ਹੈ ਉਹ ਸੋਨਾ ਮੰਗਦਾ ਹੈ ਤੇ ਦੂਜੀ ਉਹਦਾ ਚਾਂਦੀ। ਸੋਨਾ ਮੰਗਣ ਵਾਲੇ ਬੱਚੇ ਜਿਹੜੇ ਬੱਚੇ ਸੋਨਾ ਮੰਗਦੇ ਹਨ ਉਹ ਉਹਦੀ ਸਾਈਡ ਤੇ ਬੈਠ ਜਾਂਦੇ ਹਨ, ਚਾਂਦੀ ਵਾਲੇ ਦੂਜੀ ਸਾਈਡ ਤੇ। ਇਸੇ ਤਰ੍ਹਾਂ ਸਾਰੇ ਬੱਚੇ ਚੁਣੇ ਜਾਂਦੇ ਹਨ ਔਰ ਪੁੱਗਣ ਤੇ ਆੜੀ ਮਲੱਕਣ ਸਮੇਂ ਬੱਚੇ ਬੜੇ ਠਹਿਰਾਅ ਦੇ ਨਾਲ ਇਹ ਗੀਤ ਗਾਉਂਦੇ ਹਨ। ਉੱਕੜ ਦੁੱਕੜ ਪੰਬਾ ਪਾਓ, 80-90 ਪੂਰਾ 100, ਸਾਹ ਸਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਖੋਟੇ ਦੀ ਖਟਿਆਈ ਬੇਬੇ ਦੌੜੀ ਦੌੜੀ ਆਈ। ਹੁਣ ਖੇਡਦੇ ਸਮੇਂ ਛੂਏ ਜਾਣ ਦੇ ਉੱਤੇ ਜੇਕਰ ਕੋਈ ਬੱਚਾ ਆਪਣੀ ਦਾਈ ਜਾਂ ਮਿੱਟੀ ਨਹੀਂ ਦਿੰਦਾ ਤਾਂ ਉਸ ਵੇਲੇ ਕੀ ਸਮਝਿਆ ਜਾਂਦਾ ਹੈ ਕਿ ਰੱਬ ਉਸ ਉੱਤੇ ਭਾਰ ਚੜਾਏਗਾ। ਜੇਕਰ ਕੋਈ ਬੱਚਾ ਆਪਣੀ ਮਿੱਤ ਛੱਡ ਕੇ ਨੱਸ ਜਾਂਦਾ ਹੈ ਤਾਂ ਦੂਜੇ ਬੱਚੇ ਇਹ ਗੀਤ ਗਾਉਂਦੇ ਹਨ ਤੇ ਉਸ ਦੇ ਘਰ ਤੱਕ ਦੌੜੇ ਜਾਂਦੇ ਹਨ। ਸਾਡੀ ਪਿੱਤ ਦੱਬਣਾ, ਘਰ ਦੇ ਚੂਹੇ ਚੱਬਣਾ, ਇੱਕ ਚੂਹਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ, ਸਿਪਾਹੀ ਨੇ ਮਾਰੀ ਇੱਟ, ਚਾਹੇ ਰੋ ਚਾਹੇ ਪਿੱਟ। ਬੱਚਿਓ, ਖੇਡਣਾ ਆਦਿ ਕਾਲ ਤੋਂ ਹੀ ਮਨੁੱਖ ਦਾ ਇੱਕ ਮਨੋਰੰਜਨ ਦਾ ਸਾਧਨ ਰਿਹਾ ਹੈ। ਹਰ ਪਿੰਡ ਦੇ ਜੀਵਨ ਦਾ ਵਿਸ਼ੇਸ਼ ਹਿੱਸਾ ਹੈ ਖੇਡਾਂ। ਇਹ ਸ਼ਾਮ ਦੇ ਵੇਲੇ ਪਿੰਡਾਂ ਦੀ ਜੂਹ ਵਿੱਚ ਖੇਡੀਆਂ ਜਾਂਦੀਆਂ ਸਨ। ਸਾਰੇ ਪਿੰਡ ਦੇ ਬੱਚੇ ਇਕੱਠੇ ਹੋ ਕੇ ਰਲ ਮਿਲ ਕੇ ਬਿਨਾਂ ਕਿਸੇ ਵਿਤਕਰੇ ਦੇ ਖੇਡਾਂ ਦਾ ਆਨੰਦ ਮਾਣਦੇ ਸਨ। ਸਾਰਾ ਪਿੰਡ ਰਲ ਕੇ ਖਿਡਾਰੀਆਂ ਦਾ ਬਹੁਤ ਮਾਣ ਸਨਮਾਨ ਕਰਦਾ ਸੀ। ਪੁਰਾਣੇ ਸਮੇਂ ਵਿੱਚ ਮਾਣ ਸਨਮਾਨ ਦਾ ਢੰਗ ਕੁਝ ਹੋਰ ਸੀ। ਉਸ ਵੇਲੇ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਿਆ ਜਾਂਦਾ ਸੀ ਤੇ ਖਿਡਾਰੀਆਂ ਦੀਆਂ ਖੁਰਾਕਾਂ ਤੇ ਘਿਓ ਦੇ ਪੀਪਿਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਮੇਲਿਆਂ ਵਿੱਚ ਕਿਸੇ ਦਾ ਪਹਿਲਵਾਨੀ ਵਿੱਚ ਪਿੰਡ ਦਾ ਨਾਂ ਚਮਕਾਉਣਾ, ਕਿਸੇ ਦਾ ਮੂੰਗਲੀਆਂ ਫੇਰਨਾ, ਬੋਰੀ ਚੁੱਕਣਾ, ਰੱਸਾਕੱਸੀ ਤੇ ਕਬੱਡੀ ਵਿੱਚ ਬਾਜ਼ੀ ਮਾਰਨਾ ਸਾਰੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਸੀ ਤੇ ਸਾਰੇ ਪਿੰਡ ਦੀ ਸ਼ਾਨ ਉਹਨਾਂ ਖਿਡਾਰੀਆਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਘਿਓ ਦੇ ਪੀਪੇ ਦਿੱਤੇ ਜਾਂਦੇ ਸਨ। ਖੇਡਾਂ ਦੇ ਆਰ ਵਿੱਚ ਲੱਗੇ ਨੌਜਵਾਨ ਘੱਟ ਹੀ ਕੁਰਾਹੇ ਪੈਂਦੇ ਸਨ। ਮੁੰਡੇ ਕੁੜੀਆਂ, ਬੁੱਢੀ ਮਾਈ, ਭੰਡਾ ਭੰਡਾਰੀਆ, ਉਠਕ ਬੈਠਕ, ਊਚ ਨੀਚ, ਕੋਟਲਾ ਛਪਾਕੀ, ਦਾਈਆਂ ਦੁਕੜੇ, ਬਾਂਦਰ ਕਿੱਲਾ, ਕਿਣਮੇ ਨਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ ਕਾਠ, ਅੰਨਾ ਝੋਟਾ, ਗੁੱਲੀ ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ ਛੜੱਪਾ, ਕੂਕਾ ਕਾਂਗੜੇ, ਅਖਰੋਟ ਤੇ ਸ਼ੱਕਰ ਭਿੱਜੀ ਆਦਿ ਖੇਡਾਂ ਦਾ ਖੂਬ ਆਨੰਦ ਮਾਣਦੇ ਸਨ। ਕੁਸ਼ਤੀਆਂ ਜਿਹੜੀਆਂ ਹੈ ਉਹ ਪੁਰਾਤਨ ਸਮੇਂ ਤੋਂ ਹੀ ਚੱਲਦੀਆਂ ਆ ਰਹੀਆਂ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਰਹੀਆਂ ਹਨ। ਪਿੰਡਾਂ ਵਿੱਚ ਹਰ ਵਰ੍ਹੇ ਛਿੰਝਾਂ ਪੈਂਦੀਆਂ ਸਨ। ਮੇਲਿਆਂ ਦੇ ਵਿੱਚ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ। ਪੰਜਾਬੀ ਗੱਭਰੂਆਂ ਦਾ ਸਾਹਸ, ਸ਼ਕਤੀ ਤੇ ਉਤਸ਼ਾਹ ਪ੍ਰਾਪਤ ਹੁੰਦਾ ਸੀ। ਪੰਜਾਬ ਦੀ ਧਰਤੀ ਨੇ ਹੀ ਗਾਮਾ ਗੂੰਗਾ, ਮੇਹਰਦੀਨ, ਕੇਸਰ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ। ਕਬੱਡੀ ਪੰਜਾਬੀਆਂ ਦੀ ਕੌਮੀ ਖੇਡ ਹੈ ਜਿਸ ਤੋਂ ਇਹਨਾਂ ਦੇ ਸੁਭਾਅ, ਮਰਦਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਤੇ ਸੌਂਚੀ ਪੱਕੀ ਕਬੱਡੀ ਦੀਆਂ ਹੋਰ ਹਰਮਨ ਪਿਆਰੀਆਂ ਕਿਸਮਾਂ ਹਨ। ਅੱਜ ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਪ੍ਰਚਲਿਤ ਹੈ। ਵਪਾਰ ਦੇ ਮੇਲੇ ਵਿੱਚ ਹੁੰਦੇ ਸੌਂਚੀ ਪੱਕੀ ਦੇ ਮੁਕਾਬਲੇ ਪ੍ਰਸਿੱਧ ਹਨ। ਇਹ ਖੇਡ ਬਾਕਸਿੰਗ ਨਾਲ ਮਿਲਦੀ ਜੁਲਦੀ ਹੈ। ਖਿੱਦੋ ਖੁੰਡੀ ਤੇ ਲੂਣ ਤੇ ਲੱਲੇ ਵੀ ਰੋਚਕ ਖੇਡਾਂ ਹਨ। ਇਹ ਖਿੱਦੋਆਂ ਜਿਹੜੀਆਂ ਹੈ ਅਤੇ ਕਿੱਕਰਾਂ ਬੇਰੀਆਂ ਦੇ ਖੁੰਡੀਆਂ ਨਾਲ ਖੇਡੀਆਂ ਜਾਂਦੀਆਂ ਹਨ। ਖਿੱਦੋ ਖੁੰਡੀ ਦੀ ਥਾਂ ਹੁਣ ਹਾਕੀ ਨੇ ਲੈ ਲਈ ਹੈ ਤੇ ਲੂਣ ਤੇ ਲੱਲੇ ਕ੍ਰਿਕਟ ਵਿੱਚ ਜਾ ਸਮੋਏ ਹਨ। ਲੱਲਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਖੁੱਲ੍ਹੀ ਥਾਂ 'ਤੇ ਖੇਡੀ ਜਾਂਦੀ ਸੀ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਸੀ। ਸਾਰੇ ਖਿਡਾਰੀ 3-3, 4-4 ਮੀਟਰ ਦੇ ਫਾਸਲੇ ਉੱਤੇ 3-4 ਵਿੱਚ ਲੰਮੇ ਚੌੜੇ ਤੇ ਡੂੰਘੇ ਟੋਏ ਪੁੱਟਦੇ ਜਿਨ੍ਹਾਂ ਨੂੰ ਲੱਲੇ ਕਿਹਾ ਜਾਂਦਾ ਸੀ। ਇਹਨਾਂ ਵਿੱਚ ਸਾਰੇ ਖਿਡਾਰੀ ਆਪਣੀਆਂ ਖੁੰਡੀਆਂ ਨੂੰ ਰੱਖ ਕੇ ਖੜੇ ਹੋ ਜਾਂਦੇ। ਇੱਕ ਜਣਾ ਜ਼ੋਰ ਨਾਲ ਖਿੱਦੋ ਨੂੰ ਟੱਲਾ ਮਾਰਦਾ ਤੇ ਦਾਈ ਵਾਲਾ ਖਿੱਦੋ ਨੂੰ ਦੌੜ ਕੇ ਫੜਦਾ ਅਤੇ ਨੇੜੇ ਹੀ ਖਿਡਾਰੀ ਨੂੰ ਜ਼ੋਰ ਨਾਲ ਮਾਰਦਾ। ਜੇਕਰ ਖਿੱਦੋ ਖਿਡਾਰੀ ਦੇ ਲੱਗ ਜਾਂਦੀ ਤਾਂ ਉਸ ਦੇ ਸਿਰ ਦਾਈ ਆ ਜਾਂਦੀ ਤੇ ਉਹ ਆਪਣਾ ਖੁੰਡਾ ਲੈ ਲੱਲਾ ਦਾਈ ਵਾਲੇ ਨੂੰ ਸੌਂਪ ਦਿੰਦਾ। ਖੇਡ ਨੂੰ ਮਘਾਈ ਰੱਖਣ ਲਈ ਖਿਡਾਰੀ ਆਪਣੇ ਲੱਲੇ ਛੱਡ ਕੇ
ਖਿੱਦੋ ਮਗਰ ਦੌੜਦੇ। ਜੇਕਰ ਦਾਈ ਵਾਲਾ ਕਿਸੇ ਦੇ ਲੱਲੇ ਵਿੱਚ ਪੈਰ ਰੱਖ ਦਿੰਦਾ ਤਾਂ ਦਾਈ ਉਸ ਦੇ ਸਿਰ ਆ ਜਾਂਦੀ। ਹੁਣ ਇਹ ਖੇਡ ਲਗਭਗ ਅਲੋਪ ਹੋ ਚੁੱਕੀ ਹੈ, ਲੇਕਿਨ ਇਸ ਖੇਡ ਦੇ ਬਾਰੇ ਦੇ ਵਿੱਚ ਤੁਹਾਨੂੰ ਐਗਜ਼ਾਮ ਦੇ ਵਿੱਚ ਨੋਟ ਲਿਖਣਾ ਜ਼ਰੂਰ ਆਉਂਦਾ ਹੈ। ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਖੇਡ ਹੈ, ਜਿਸ ਨੂੰ ਉਹ 2 ਟੋਲੀਆਂ ਬਣਾ ਕੇ ਖੇਡਦੀਆਂ ਹਨ। ਹਰ ਟੋਲੀ ਵਿੱਚ 4-5 ਕੁੜੀਆਂ ਹੁੰਦੀਆਂ ਹਨ। ਇਹਨਾਂ ਖੇਡਾਂ ਦੇ ਰਾਹੀਂ ਕੁੜੀਆਂ ਨੂੰ ਦੌੜਨ, ਉੱਚੀ ਛਾਲ ਮਾਰਨ ਅਤੇ ਸਰੀਰਕ ਤਾਕਤ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਇੱਕ ਐਸੀ ਖੇਡ ਹੈ, ਇਸ 'ਤੇ ਵੀ ਨੋਟ ਆਉਂਦਾ ਹੈ ਐਗਜ਼ਾਮ ਵਿੱਚ, ਸ਼ੱਕਰ ਭਿੱਜੀ। ਸ਼ੱਕਰ ਭਿੱਜੀ ਮੁੰਡੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਇਹ 4-4, 5-5 ਖਿਡਾਰੀਆਂ ਦੀਆਂ ਟੋਲੀਆਂ ਬਣਾ ਕੇ ਖੇਡੀ ਜਾਂਦੀ ਹੈ। ਜਿਸ ਟੋਲੀ ਸਿਰ ਦਾਈ ਹੋਵੇ, ਦਾਈ ਦਾ ਮਤਲਬ ਮਿਟੀ, ਜਿਸ ਦੀ ਵਾਰੀ ਹੋਵੇ, ਅੱਜ ਕੱਲ੍ਹ ਅਸੀਂ ਵਾਰੀ ਕਹਿ ਸਕਦੇ ਹਾਂ, ਉਹ ਇੱਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖੜੇ ਹੋ ਜਾਂਦੇ ਹਨ। ਮੋਰਲੇ ਬੱਚੇ ਦੇ ਸਹਾਰੇ ਇੱਕ ਕੰਧ ਜਾਂ ਦਰਖਤ ਨੂੰ ਹੱਥ ਪਾਏ ਹੁੰਦੇ ਹਨ। ਕਈ ਵਾਰੀ ਉਹ ਆਪਣੇ ਗੋਡਿਆਂ ਉੱਤੇ ਵੀ ਹੱਥ ਰੱਖ ਲੈਂਦਾ ਹੈ। ਦੂਜੀ ਟੋਲੀ ਦਾ ਇੱਕ ਖਿਡਾਰੀ ਵਾਰੀ-ਵਾਰੀ ਦੌੜਦਾ ਹੋਇਆ ਆਉਂਦਾ ਹੈ ਤੇ ਟਪੂਸੀ ਮਾਰ ਕੇ ਕਤਾਰ ਵਿੱਚ ਝੁਕੇ ਹੋਏ ਖਿਡਾਰੀ ਦੇ ਉੱਤੇ ਚੜ੍ਹਦਾ ਹੈ। ਇਸ ਤਰ੍ਹਾਂ ਸਾਰੇ ਖਿਡਾਰੀ ਇੱਕ ਲੰਮੀ ਘੋੜੀ ਉੱਤੇ ਚੜ੍ਹ ਜਾਂਦੇ ਹਨ ਤੇ ਉਹ ਇੱਕ ਦੂਜੇ ਦਾ ਲੱਕ ਫੜ ਕੇ ਆਪਣੀਆਂ ਲੱਤਾਂ ਹੇਠਲੇ ਖਿਡਾਰੀਆਂ ਦੇ ਢਿੱਡਾਂ ਦੁਆਲੇ ਵੱਲ ਲੈਂਦੇ ਹਨ। ਹੇਠਲੇ ਖਿਡਾਰੀ ਝੁਕ ਕੇ, ਹਿੱਲ ਜੁਲ ਕੇ ਉੱਪਰਲੇ ਖਿਡਾਰੀਆਂ ਨੂੰ ਥੱਲੇ ਸਿੱਟਣ ਜਾਂ ਪੈਰ ਧਰਤੀ 'ਤੇ ਲਾਉਣ ਦਾ ਯਤਨ ਕਰਦੇ ਹਨ। ਜਦੋਂ ਕਿਸੇ ਦਾ ਪੈਰ ਧਰਤੀ 'ਤੇ ਛੋਹ ਜਾਵੇ ਤਾਂ ਸਾਰੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਜੇਕਰ ਕਿਸੇ ਦਾ ਪੈਰ ਵੀ ਹੇਠਾਂ ਨਾ ਲੱਗੇ ਤੇ ਹੇਠਲੀ ਟੋਲੀ ਥੱਕ ਜਾਵੇ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ, ਸ਼ੱਕਰ ਭਿੱਜੀ ਕਿ ਨਾ। ਜੇਕਰ ਹੇਠਲੀ ਟੋਲੀ ਹਾਂ ਕਹਿ ਦੇਵੇ ਤਾਂ ਉਹਨਾਂ ਦੀ ਵਾਰੀ ਖਤਮ ਹੋ ਜਾਂਦੀ ਹੈ ਤੇ ਉੱਪਰਲੇ ਖਿਡਾਰੀ ਹੇਠਾਂ ਉਤਰ ਕੇ ਇੱਕ ਦੂਜੇ ਦਾ ਲੱਕ ਫੜ ਕੇ ਘੋੜੀ ਬਣ ਕੇ ਬੈਠਦੇ ਹਨ ਤੇ ਉਸੇ ਤਰ੍ਹਾਂ ਹੀ ਇਹ ਖੇਡ ਅੱਗੇ ਵੱਧਦੀ ਜਾਂਦੀ ਹੈ ਤੇ ਦੂਸਰੀ ਟੋਲੀ ਸਵਾਰੀ ਕਰਦੀ ਹੈ। ਇਸ ਤੋਂ ਬਾਅਦ ਬੱਚਿਓ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਖੇਡੀਆਂ ਜਾਂਦੀਆਂ ਸਨ। ਡੰਡ ਪਲਾਂਗੜਾ, ਪੀਲ ਪਲੀਕਣ ਜਾਂ ਡੰਡਾ ਡੁੱਕ ਗਰਮੀਆਂ ਵਿੱਚ ਪਿੱਪਲਾਂ, ਬੋੜਾਂ ਤੇ ਟਾਹਣੀਆਂ ਦੇ ਰੁੱਖਾਂ ਹੇਠ ਖੇਡੀ ਜਾਂਦੀ ਹੈ। ਪੁੱਗ ਕੇ ਦਾਈ ਬਣਿਆ ਖਿਡਾਰੀ ਦਾਈ ਦਿੰਦਾ ਹੈ। ਬਾਕੀ ਸਾਰੇ ਰੁੱਖ ਉੱਤੇ ਚੜ੍ਹ ਜਾਂਦੇ ਹਨ। ਰੁੱਖ ਹੇਠ ਇੱਕ ਦਾਇਰੇ ਵਿੱਚ 2 ਫੁੱਟ ਦਾ ਇੱਕ ਡੰਡਾ ਰੱਖਿਆ ਜਾਂਦਾ ਹੈ। ਰੁੱਖ ਤੋਂ ਹੇਠਾਂ ਉਤਰ ਕੇ ਇੱਕ ਖਿਡਾਰੀ ਦਾਇਰੇ ਵਿੱਚੋਂ ਡੰਡਾ ਚੁੱਕ ਕੇ ਆਪਣੀ ਲੱਤ ਹੇਠੋਂ ਘੁਮਾਉਂਦਾ ਹੋਇਆ ਦੂਰ ਸੁੱਟ ਕੇ ਮੁੜ ਰੁੱਖ ਉੱਤੇ ਚੜ੍ਹ ਜਾਂਦਾ ਹੈ। ਦਾਈ ਵਾਲਾ ਦੌੜ ਕੇ ਡੰਡੇ ਨੂੰ ਚੁੱਕ ਕੇ ਮੁੜ ਦਾਇਰੇ ਵਿੱਚ ਰੱਖ ਦਿੰਦਾ ਹੈ ਤੇ ਬਾਕੀ ਖਿਡਾਰੀਆਂ ਨੂੰ ਛੂਹਣ ਲਈ ਰੁੱਖ ਉੱਤੇ ਚੜ੍ਹਦਾ ਹੈ। ਦੂਜੇ ਖਿਡਾਰੀ ਟਹਿਣੀਆਂ ਨਾਲ ਲਮਕ ਕੇ ਹੇਠਾਂ ਛਾਲਾਂ ਮਾਰਦੇ ਹਨ ਤੇ ਡੰਡੇ ਨੂੰ ਚੁੱਕ ਕੇ ਚੁੰਮਦੇ ਹਨ। ਜਿਸ ਖਿਡਾਰੀ ਨੂੰ ਦਾਈ ਵਾਲਾ ਡੰਡਾ ਚੁੰਮਣ ਤੋਂ ਪਹਿਲਾਂ ਹੱਥ ਲਾ ਦੇਵੇ, ਦਾਈ ਉਸ ਦੇ ਸਿਰ ਆ ਜਾਂਦੀ ਹੈ। ਇਸ ਤਰ੍ਹਾਂ ਇਹ ਖੇਡ ਅੱਗੇ ਵੱਧਦੀ ਰਹਿੰਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਖੇਡ ਖੇਡੀ ਜਾਂਦੀ ਸੀ, ਬਾਂਦਰ ਕਿੱਲਾ। ਇਹ ਖੇਡ ਆਮ ਕਰਕੇ ਸਰਦੀਆਂ ਦੀ ਰੁੱਤ ਵਿੱਚ ਖੇਡੀ ਜਾਂਦੀ ਹੈ। ਇਹ ਖੇਡ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ। ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਮੈਦਾਨ ਵਿੱਚ ਇੱਕ ਕਿੱਲਾ ਗੱਡ ਕੇ ਉਸ ਨਾਲ 3-4 ਮੀਟਰ ਲੰਬੀ ਰੱਸੀ ਬੰਨ੍ਹੀ ਜਾਂਦੀ ਹੈ। ਕਿੱਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਦਾਈ ਵਾਲਾ ਰੱਸੀ ਨੂੰ ਫੜ ਕੇ ਕਿੱਲੇ ਦੁਆਲੇ ਬਾਂਦਰ ਵਾਂਗ ਟਪੂਸੀਆਂ ਮਾਰਦਾ ਹੋਇਆ ਘੁੰਮਦਾ ਹੈ ਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਖਿਡਾਰੀ ਚੌਹਾਂ ਪਾਸਿਆਂ ਤੋਂ ਜੁੱਤੀਆਂ ਚੁੱਕਣ ਦਾ ਯਤਨ ਕਰਦੇ ਹਨ ਤੇ ਦਾਈ ਵਾਲਾ ਉਹਨਾਂ ਨੂੰ ਹੱਥਾਂ ਪੈਰਾਂ ਨਾਲ ਛੂੰਹਦਾ ਹੈ। ਇਸ ਨੂੰ ਉਹ ਛੂਹ ਲਵੇ, ਦਾਈ ਉਸੇ ਸਿਰ ਆ ਜਾਂਦੀ ਹੈ। ਜਿਹੜਾ ਵਿਅਕਤੀ ਛੂਹਿਆ ਗਿਆ ਉਹ ਵਾਰੀ ਦੇਵੇਗਾ। ਜੇਕਰ ਉਹ ਨਾ ਛੂਹ ਸਕੇ ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਉਹ ਕਿੱਲੇ ਵਾਲੀ ਥਾਂ ਤੋਂ 25-30 ਮੀਟਰ ਦੂਰ ਜਾ ਕੇ ਖੜਾ ਹੋ ਜਾਂਦਾ ਹੈ। ਬਾਕੀ ਖਿਡਾਰੀ ਆਪਣੀਆਂ ਜੁੱਤੀਆਂ ਚੁੱਕ ਕੇ ਕਿੱਲੇ ਦੇ ਕੋਲ ਹੀ ਲਾਈਨ ਬਣਾ ਕੇ ਖੜੇ ਹੋ ਜਾਂਦੇ ਹਨ। ਦਾਈ ਵਾਲਾ ਇਹਨਾਂ ਵੱਲ ਚੰਮ ਦੀਆਂ ਰੋਟੀਆਂ, ਚਿਚੜਾਂ ਦੀ ਦਾਲ ਖਾ ਲਓ ਮੁੰਡਿਓ ਸਵਾਦਾਂ ਨਾਲ ਕਹਿੰਦਾ ਹੈ ਤੇ
ਸ਼ੂਟ ਵੱਟ ਕੇ ਇਹਨਾਂ ਵੱਲ ਦੌੜਦਾ ਹੈ। ਦੂਜੇ ਖਿਡਾਰੀ ਉਸ ਉੱਤੇ ਟੁੱਟ ਪੈਂਦੇ ਹਨ ਅਤੇ ਉਸ ਉੱਤੇ ਜੁੱਤੀਆਂ ਦੀ ਵਰਖਾ ਕਰਦੇ ਹਨ। ਜਦੋਂ ਤੱਕ ਦਾਈ ਵਾਲਾ ਕਿੱਲੇ ਕੋਲ ਪਹੁੰਚ ਕੇ ਮੁੜ ਰੱਸੀ ਨਹੀਂ ਫੜ ਲੈਂਦਾ, ਤਦੋਂ ਤੱਕ ਉਸਦੇ ਸਿਰ ਵਿੱਚ ਜੁੱਤੀਆਂ ਵਰਦੀਆਂ ਰਹਿੰਦੀਆਂ ਹਨ। ਬੱਚੇ ਫਿਰ ਜੁੱਤੀਆਂ ਕਿੱਲੇ ਕੋਲ ਰੱਖ ਦਿੰਦੇ ਹਨ। ਜਦ ਤੱਕ ਉਹ ਕਿਸੇ ਨੂੰ ਛੂਹ ਨਾ ਲਵੇ, ਦਾਈ ਉਸੇ ਸਿਰ ਹੀ ਰਹਿੰਦੀ ਹੈ। ਇਸੇ ਤਰ੍ਹਾਂ ਬੱਚਿਓ, ਗੁੱਲੀ ਡੰਡਾ, ਲੂਣ ਮਿਆਣੀ, ਕੂਕਾ ਕਾਂਗੜੇ ਅਤੇ ਟਿਬਲਾ ਟਿਬਲੀ ਮੁੰਡਿਆਂ ਦੀਆਂ ਰੋਚਕ ਖੇਡਾਂ ਹਨ। 12 ਠੀਕਰੀ, 12 ਟਾਹਣੀ, ਸ਼ਤਰੰਜ, ਚੌਪੜ, ਤਾਸ਼, ਬੋੜ ਖੂਹ ਅਤੇ ਖੱਡਾਂ ਆਦਿ ਵਡੇਰਿਆਂ ਦੀਆਂ ਬੈਠ ਕੇ ਖੇਡਣ ਵਾਲੀਆਂ ਖੇਡਾਂ ਹਨ। ਪਰ ਬੱਚਿਓ, ਦੁੱਖ ਦੀ ਗੱਲ ਇਹ ਹੈ ਕਿ ਇਹ ਸਾਡਾ ਪੁਰਾਣਾ ਪੰਜਾਬੀ ਵਿਰਸਾ ਜਿਹੜਾ ਹੈ, ਇਹ ਖੇਡਾਂ ਜਿਹੜੀਆਂ ਹੈ ਇਹ ਅੱਜ ਕੱਲ੍ਹ ਅਲੋਪ ਹੋ ਰਹੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਖੇਡਾਂ ਨੂੰ ਮੁੜ ਸੁਰਜੀਤ ਕਰੀਏ, ਦੁਬਾਰਾ ਇਹਨਾਂ ਖੇਡਾਂ ਨੂੰ ਖੇਡੀਏ ਜਿਨ੍ਹਾਂ ਦੇ ਉੱਤੇ ਪੈਸਾ ਕੋਈ ਨਹੀਂ ਲੱਗਦਾ, ਔਰ ਸਾਡੀ ਵਰਜਿਸ਼ ਵੀ ਹੁੰਦੀ ਹੈ, ਸਾਡਾ ਦਿਮਾਗ ਵੀ ਤੇਜ਼ ਹੁੰਦਾ ਹੈ। ਅੱਜ ਪਰ ਦੁੱਖ ਦੀ ਗੱਲ ਹੈ ਕਿ ਪਿੰਡਾਂ ਵਿੱਚ ਖੇਡਣ ਦੀਆਂ ਜੂਹਾਂ ਦੇ ਵਿੱਚ ਨਾ ਕਿਸੇ ਕੋਲ ਖੇਡਣ ਦੀ ਵਿਹਲ ਹੈ ਅਤੇ ਨਾ ਹੀ ਕੋਈ ਇਹਨਾਂ ਖੇਡਾਂ ਨੂੰ ਯਾਦ ਕਰਦਾ ਹੈ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਨੂੰ ਸੰਭਾਲ ਕੇ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਸਾਡੀ ਨਹੀਂ। ਤੁਸੀਂ ਜਿਹੜੇ ਸਾਡੇ ਦੇਸ਼ ਦਾ ਭਵਿੱਖ ਹੋ, ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਜੇ ਖੇਡ ਦੇ ਵਿੱਚ ਇਹਨਾਂ ਖੇਡਾਂ ਨੂੰ ਖੇਡੋਗੇ ਅਤੇ ਸ਼ਕਤੀਮਾਨ ਵੀ ਬਣੋਗੇ ਅਤੇ ਤੁਹਾਡਾ ਜਿਹੜਾ ਦਿਮਾਗ ਹੈ ਉਹ ਵੀ ਬਹੁਤ ਜ਼ਿਆਦਾ ਵਧੇਗਾ। ਅਸੀਂ ਆਸ ਕਰਦੇ ਹਾਂ ਕਿ ਅਸੀਂ ਆਪਣੇ ਇਸ ਵਿਰਸੇ ਨੂੰ ਸੰਭਾਲ ਕੇ ਰੱਖਾਂਗੇ ਅਤੇ ਇਹ ਵਿਰਾਸਤ ਜਿਹੜੀ ਹੈ ਇਹ ਅੱਗੇ ਤੋਂ ਅੱਗੇ ਚੱਲਦੀ ਰਹੇਗੀ। ਧੰਨਵਾਦ ਬੱਚੇ।